ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ NRI ਵਰਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਆਸ਼ਿਮਾ ਸਾਹਨੀ, ਪੋਲੀਟੀਕਲ ਐਨਾਲਿਸਟ ਨੇ, ਜੀਓਪੋਲਿਟਿਕਸ ਜੀਓ ਇਕਨੋਮਿਕਸ ਬਾਰੇ ਬਾਖੂਬੀ ਜਾਣਕਾਰੀ ਰੱਖਦੇ ਨੇ। ਵੈਲਕਮ ਟੂ ਦ ਸ਼ੋ NRI। ਨਮਸਕਾਰ ਜੀ। ਸੋ ਮੈਮ, ਰਿਸ਼ੀ ਸੁਨਕ ਜੋ ਇੰਡੀਅਨ ਔਰੀਜਨ ਦੇ ਨੇ, ਪ੍ਰਾਈਮ ਮਿਨਿਸਟਰ ਆਫ ਗ੍ਰੇਟ ਬ੍ਰਿਟੇਨ ਬਣ ਗਏ ਨੇ। ਅਸੀਂ ਸਾਰੇ ਜਾਣੇ ਬਹੁਤ ਉਡੀਕ ਕਰਦੇ ਪਏ ਸੀ ਇਸ ਗੱਲ ਦੀ। ਜਦੋਂ ਲਿਜ਼ ਟਰੱਸ ਬਣੇ ਨੇ ਸਾਨੂੰ ਉਦੋਂ ਵੀ ਚਾਂਸਸ ਲੱਗਦੇ ਸੀ, ਬਟ ਚਲੋ ਦੇਰ ਆਏ ਦਰੁਸਤ ਆਏ, ਸਾਨੂੰ ਖੁਸ਼ੀ ਹੋਈ। ਸੋ ਕਈ ਪ੍ਰਸਪੈਕਟਿਵ ਨੇ ਇਸ ਇਨਸੀਡੈਂਟ ਦੇ। ਜੇ ਅਸੀਂ ਪੂਰੇ ਵਰਲਡ ਸਿਨੈਰੀਓ ਨੂੰ ਦੇਖੀਏ, ਵੱਖ-ਵੱਖ ਕੰਟਰੀਜ਼ ਨੇ ਵੱਖ-ਵੱਖ ਰਿਐਕਸ਼ਨਸ ਦਿੱਤੇ ਨੇ। ਕਈ ਕੰਟਰੀਜ਼ ਨੇ ਰਿਐਕਸ਼ਨ ਨਹੀਂ ਵੀ ਦਿੱਤੇ, ਕਈ ਥਾਂ ਤੋਂ ਵਧਾਈਆਂ ਨਹੀਂ ਵੀ ਆਈਆਂ, ਮੋਸਟਲੀ ਕੰਟਰੀਜ਼ ਤੋਂ ਵਧਾਈਆਂ ਗਈਆਂ ਨੇ। ਪੋਲੀਟੀਕਲ ਐਂਗਲਸ ਵੀ ਨੇ, ਇਕਨੋਮਿਕ ਐਂਗਲਸ ਵੀ ਨੇ, ਕੁਛ ਰੇਸਿਜ਼ਮ ਨੂੰ ਲੈ ਕੇ ਜਿਹੜੀ ਗੱਲ ਹੁੰਦੀ ਹੈ ਉਹਦੇ ਵੀ ਐਂਗਲਸ ਨਿਕਲਦੇ ਨੇ, ਮਾਈਨੋਰਿਟੀਜ਼ ਨੂੰ ਲੈ ਕੇ ਵੀ ਐਂਗਲਸ ਨਿਕਲਦੇ ਨੇ। ਸੋ ਬਹੁਤ ਡਿਬੇਟੇਬਲ ਆ ਹਰ ਚੀਜ਼ ਦੇ ਵਿੱਚ। ਉਹ ਕਿਉਂ ਬਣੇ? ਪੋਲੀਟੀਕਲ ਪਾਰਟੀ ਸੀ, ਉਹ ਜਿੱਤੀ ਤੇ ਉਹਨਾਂ ਨੇ ਆਪਣਾ ਇੱਕ ਕਾਬਿਲ ਬੰਦਾ ਅੱਗੇ ਕੀਤਾ ਹੋਇਆ ਸੀ, ਇਸ ਕਰਕੇ ਬਣੇ। ਨੋ ਰੇਸਿਜ਼ਮ ਨੂੰ ਪਿੱਛੇ ਕਰਕੇ ਇੱਕ ਵੱਖਰੀ ਸੋਚ ਨੂੰ ਲੈ ਕੇ ਗ੍ਰੇਟ ਬ੍ਰਿਟੇਨ ਅੱਗੇ ਵੱਧਦਾ ਪਿਆ। ਡੈਮੋਕ੍ਰੇਸੀ ਦੀ ਪਰਿਭਾਸ਼ਾ ਬਦਲ ਗਈ, ਇਕੋਨਮੀ ਦੀ ਕੀ ਪਰਿਭਾਸ਼ਾ ਹੋਏਗੀ, ਕਿਉਂਕਿ ਉਹ ਇਕਨੋਮਿਕ ਬੈਕਗਰਾਊਂਡ ਤੋਂ ਨੇ। ਤਮਾਮ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਬਟ ਆਪਾਂ ਸਟਾਰਟ ਕਰਾਂਗੇ ਕਿਉਂਕਿ ਸਾਡਾ ਜੋ ਚੈਨਲ ਹੈ ਉਸ ਪਰਸਪੈਕਟਿਵ ਦੇ ਨਾਲ। ਇਮੀਗ੍ਰੈਂਟਸ, ਮਾਈਗ੍ਰੈਂਟਸ, ਉਹਨਾਂ ਨੂੰ ਕੀ ਫਾਇਦਾ ਹੋਏਗਾ? ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਬਣ ਗਏ ਨੇ ਗ੍ਰੇਟ ਬ੍ਰਿਟੇਨ ਦੇ। ਯੈਸ, ਪਹਿਲੇ ਤਾਂ ਮੇਰੀ ਬਹੁਤ ਵੱਡੀ ਮੁਬਾਰਕਬਾਦ ਰਿਸ਼ੀ ਸੁਨਕ ਸਾਹਿਬ ਨੂੰ, ਫਿਰ ਮੁਬਾਰਕਾਂ ਇਮੀਗ੍ਰੈਂਟਸ ਨੂੰ, ਮਾਈਗ੍ਰੈਂਟਸ ਨੂੰ, ਔਰ ਜਿੰਨੇ ਵੀ ਸਾਡੇ ਡਾਇਸਪੋਰਾ ਹੈ। ਕਿਉਂਕਿ ਰਿਸ਼ੀ ਸੁਨਕ ਪ੍ਰਾਈਮ ਮਿਨਿਸਟਰ ਤੇ ਬਣੇ ਨੇ, ਲੇਕਿਨ ਨਾਲ ਹੀ ਨਾਲ ਜਿਹੜਾ ਸਾਡਾ ਡਾਇਸਪੋਰਾ, ਸਾਡੇ ਇਮੀਗ੍ਰੈਂਟਸ ਹੈ, ਉਹਨਾਂ ਲਈ ਵੀ ਇੱਕ ਆਸ਼ਾ ਦੀ ਕਿਰਨ ਲੈ ਕੇ ਆਏ ਨੇ। ਹੁਣ ਦੇਖੋ ਨਾ, ਅਸੀਂ ਜਦੋਂ ਇੱਕ ਦੂਸਰੇ ਦੇਸ਼ 'ਚ ਇੱਕ ਆਪਣਾ ਦੇਸ਼ ਛੱਡ ਕੇ ਜਦੋਂ ਦੂਸਰੇ ਦੇਸ਼ 'ਚ ਜਾਂਦੇ ਹਾਂ, ਮਿਹਨਤ ਕਰਦੇ, ਤਾਂ ਉਹ ਕੋਈ ਸੌਖੀ ਗੱਲ ਨਹੀਂ ਹੈ ਜੀ, ਹੈ ਨਾ। ਹੁਣ ਅੱਜ ਦਾ ਜਿਹੜਾ ਯੁੱਗ ਚੱਲ ਰਿਹਾ, ਖੈਰ ਇਮੀਗ੍ਰੈਂਟਸ ਤਾਂ ਪਹਿਲੇ ਵੀ ਹੁੰਦੇ ਸੀ, ਲੇਕਿਨ ਅੱਜ ਗਲੋਬਲਾਈਜ਼ਡ ਵਰਲਡ 'ਚ ਇਹ ਜਿਹੜੀ ਚੀਜ਼ ਹੈ ਪੀਕ 'ਤੇ ਆ ਚੁੱਕੀ ਹੈ, ਔਰ ਇਹਦਾ ਕੋਈ ਆਲਟਰਨੇਟਿਵ ਵੀ ਨਹੀਂ ਹੈ। ਸਾਨੂੰ ਇਮੀਗ੍ਰੈਂਟ ਮਤਲਬ ਕਿਸੇ ਨਾ ਕਿਸੇ ਕੰਮ ਲਈ ਸਾਨੂੰ ਇੱਧਰ ਉੱਧਰ ਕਿਸੇ ਨਾ ਕਿਸੇ ਕੰਟਰੀ 'ਚ ਸਾਨੂੰ ਕੰਮ ਪੈਂਦਾ ਹੀ ਰਹਿੰਦਾ ਹੈ, ਠੀਕ ਹੈ। ਔਰ ਜਿੱਦਾਂ ਹੁਣ ਰਿਸ਼ੀ ਸੁਨਕ ਬਣ ਗਏ ਹੈ, ਅਤੇ ਇੱਕ ਬਹੁਤ ਹੀ ਵੱਡੀ ਇਹ ਖੁਸ਼ਖਬਰੀ ਔਰ ਇੱਕ ਰਾਹਤ ਹੈ ਕਿ ਅਸੀਂ ਨਾ ਕੇਵਲ ਆਪਣੇ ਮਾਤਰ ਭੂਮੀ ਦੇ ਸਿਟੀਜ਼ਨ ਹੈ, ਬਲਕਿ ਜਿਨ ਕੰਟਰੀਜ਼ 'ਚ ਜਾਂਦੇ ਹਾਂ ਉਹਨਾਂ ਨੇ ਵੀ ਸਾਨੂੰ ਕਿੱਦਾਂ ਗੱਲ ਨਾਲ ਉਹ ਲਾ ਲੈਂਦੇ ਨੇ। ਇਹ ਇੱਕ ਬਹੁਤ ਵੱਡਾ ਇਹਦਾ ਐਗਜ਼ਾਮਪਲ ਹੈ। ਬਿਲਕੁਲ ਸਹੀ। ਅਤੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਇਮੀਗ੍ਰੈਂਟਸ ਨੇ ਜਾਂ ਜਿਹੜੇ ਮਾਈਗ੍ਰੈਂਟਸ ਨੇ, ਉਹ ਜਿਹੜੇ ਉਹਨਾਂ ਦੇ ਆਉਣ ਵਾਲੇ ਜਿਹੜੇ ਉਹਨਾਂ ਦੀ ਜਨਰੇਸ਼ਨ ਹੋਏਗੀ, ਸ਼ਾਇਦ ਉਹ ਹੋਰ ਵੀ ਅੱਛਾ ਪਰਫਾਰਮ ਕਰ ਸਕਣ, ਜਿਹੜੇ ਵੀ ਉਹ ਏਰੀਆਜ਼ 'ਚ ਨੇ। ਹੁਣ ਰਿਸ਼ੀ ਸੁਨਕ ਤੇ ਚਲੋ ਪੋਲੀਟਿਕਸ ਦੀ ਏਰੀਆ 'ਚ ਸੀਗੇ, ਹੀ ਪਰਫਾਰਮਡ ਸੋ ਵੈਲ। ਔਰ ਇੱਦਾਂ ਹੀ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਜਨਰੇਸ਼ਨ ਹੈ, ਜਿਹੜੀ ਵੀ ਉੱਥੋਂ ਅਲੱਗ-ਅਲੱਗ ਦੇਸ਼ਾਂ 'ਚੋਂ, ਜਿਹੜੇ ਵੀ ਮੂਲ ਦੇਸ਼ਾਂ 'ਚੋਂ ਜਿਹੜੇ ਆਏ ਹੋਏ ਨੇ, ਉਹਨਾਂ ਨੂੰ ਵੀ ਇੱਕ ਮੌਕਾ ਹੁਣ ਮਿਲੇਗਾ। ਮੌਕੇ ਤਾਂ ਉਹਨਾਂ ਨੂੰ ਮਿਲੇ ਹੋਏ ਸੀਗੇ, ਬਟ ਹੁਣ ਇੱਕ ਪਬਲਿਕ ਰੈਕੋਗਨੀਸ਼ਨ ਹੋ ਗਈ ਹੈ। ਤੁਹਾਨੂੰ ਕੀ ਲੱਗਦਾ ਕਿ ਇੰਡੀਅਨਸ ਨੂੰ, ਪੰਜਾਬੀਜ਼ ਨੂੰ, ਕਿਉਂਕਿ ਉਹ ਪੰਜਾਬ ਤੋਂ ਵੀ ਓਰੀਜਨ ਨੇ, ਗੁਜਰਾਂਵਾਲਾ ਤੋਂ ਨੇ ਉਹਨਾਂ ਦੇ ਸਾਰੇ ਐਂਸੈਸਟਰਸ, ਵਾਟ ਡੂ ਯੂ ਥਿੰਕ ਕਿ ਉਹਨਾਂ ਨੂੰ ਇੰਡੀਅਨਸ ਦੇ ਨਾਲ ਖਾਸ ਲਗਾਵ ਹੋਏਗਾ, ਰਿਲੈਕਸੇਸ਼ਨ ਮਿਲੇਗੀ ਜੋ ਇਮੀਗ੍ਰੇਸ਼ਨ ਨੂੰ ਲੈ ਕੇ ਪੋਲਿਸੀਜ਼ ਨੇ, ਔਰ ਜ਼ਿਆਦਾ ਸੱਦਾ ਦਿੱਤਾ ਜਾਏਗਾ? ਵੈਲ, ਇਹ ਤਾਂ ਸਮੇਂ ਦੱਸੇਗਾ। ਲੇਕਿਨ ਤੁਸੀਂ ਇੱਥੇ ਗੱਲ ਕੀਤੀ ਹੈ ਕਿ ਰਿਸ਼ੀ ਜਿਹੜੇ ਸੁਨਕ ਰਿਸ਼ੀ ਆਈ ਮੀਨ ਜਿਹੜੇ ਪ੍ਰਾਈਮ ਮਿਨਿਸਟਰ ਨੇ, ਹੀ ਇਜ਼ ਫਰੋਮ ਹਰ ਬੜੀ ਇੰਟਰਸਟਿੰਗ ਚੀਜ਼ ਇੱਕ ਹੋ ਰਹੀ ਹੈ। ਦੇਰ ਆਰ ਅਰਾਊਂਡ ਮੈਨੀ ਕੰਟਰੀਜ਼ ਹੂ ਆਰ ਕਲੇਮਿੰਗ ਰਿਸ਼ੀ ਸੁਨਕ। ਪਹਿਲਾ ਕਲੇਮ ਆਉਂਦਾ ਹੈ ਇੰਡੀਆ ਵੱਲੋਂ, ਭਾਰਤ ਵੱਲੋਂ, ਠੀਕ ਹੈ। ਉਹਨਾਂ ਦੇ ਜਿਹੜੇ ਮੈਟਰਨਲ ਅੰਕਲ ਹੈ ਉਹ ਰਹਿੰਦੇ ਨੇ ਲੁਧਿਆਣਾ 'ਚ, ਕਰੀਮਪੁਰਾ ਨਾਮਕ ਮੁਹੱਲਾ ਇੱਕ, ਉੱਥੇ ਉਹ ਰਹਿੰਦੇ ਨੇ, ਠੀਕ ਹੈ। ਉੱਥੇ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ ਜਿਸ ਦਿਨ 25 ਅਕਤੂਬਰ ਨੂੰ ਇਹ ਡਿਕਲੇਅਰ ਹੋ ਗਿਆ ਕਿ ਇਹ ਬਣੇ ਨੇ। ਮਤਲਬ ਪੰਜਾਬੀਜ਼ ਆਰ ਕਲੇਮਿੰਗ ਦੈਟ, ਔਰ ਉਹ ਖੱਤਰੀ ਫੈਮਿਲੀ ਤੋਂ ਬਿਲੋਂਗ ਕਰਦੇ ਨੇ ਜੀ, ਪੰਜਾਬੀ ਖੱਤਰੀ ਫੈਮਿਲੀ ਤੋਂ। ਫਿਰ ਪਾਕਿਸਤਾਨ ਵਾਲਿਆਂ ਨੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ, ਬਿਕੋਜ਼ ਹੀ ਯੂਜ਼ਡ ਟੂ ਸਟੇ, ਹਿਜ਼ ਗ੍ਰੈਂਡਫਾਦਰ ਰਾਮਦਾਸ ਸੁਨਕ ਜਿਹੜੇ ਸੀਗੇ, ਹੀ ਯੂਜ਼ਡ ਟੂ ਸਟੇ ਦੇਅਰ ਐਟ ਲਾਹੌਰ, ਨਾਰਥ ਆਫ ਦੀ ਲਾਹੌਰ ਜੀ, ਜਿਹੜਾ ਕਿ ਉਸ ਟਾਈਮ ਔਰ 1935 'ਚ ਉੱਥੋਂ ਛੱਡ ਚੁੱਕੇ ਸੀਗੇ। ਪਾਕਿਸਤਾਨ ਵਾਲੇ ਵੀ ਕਲੇਮ ਕਰ ਰਹੇ ਹੈ। ਨਾਓ ਦ ਥਰਡ ਇੰਟਰਸਟਿੰਗ ਫੈਕਟ ਇਜ਼ ਕਿ ਕੀਨੀਆ ਵਾਲੇ ਵੀ ਕਲੇਮ ਕਰ ਰਹੇ ਨੇ। ਹਾਂਜੀ, ਕਿਉਂਕਿ ਕੀਨੀਆ 'ਚ ਉਹਨਾਂ ਦੇ ਜਿਹੜੇ ਗ੍ਰੈਂਡਫਾਦਰ ਉੱਥੇ ਚਲੇ ਗਏ ਸੀਗੇ, ਐਂਡ ਦੈਨ ਹੀ ਵਰਕ ਦੇਅਰ ਐਜ਼ ਅ ਕਲਰਕ। ਨਿਰੋਬੀ ਜਿਹੜੀ ਰਾਜਧਾਨੀ ਸੀਗੀ, ਹੀ ਵਰਕ ਦੇਅਰ। ਅੱਛਾ, ਫਿਰ ਇਸ ਤੋਂ ਬਾਅਦ ਤੰਜ਼ਾਨੀਆ ਵਾਲੇ ਵੀ ਕਲੇਮ ਕਰ ਰਹੇ ਕਿ ਰਿਸ਼ੀ ਸੁਨਕ ਬਿਲੋਂਗਸ ਟੂ ਅਸ। ਦਿਸ ਇਜ਼ ਵੈਰੀ ਇੰਟਰਸਟਿੰਗ, ਕਿਉਂਕਿ ਰਿਸ਼ੀ ਸੁਨਕ ਦੀ ਜਿਹੜੀ ਮਦਰ ਹੈ ਊਸ਼ਾ ਸੁਨਕ,
she was from Tanzania. So many countries are claiming Rishi Sunak, but the matter of the fact is that Rishi Sunak was born in 1980 in England. ਯਾਰਕਸ਼ਾਇਰ ਦੇ ਨੂੰ ਤੋਂ ਉਹ ਪਹਿਲੀ ਵਾਰੀ ਜਿੱਤ ਕੇ ਆਏ ਨੇ। ਆਈ ਮੀਨ ਹੀ ਇਜ਼ ਅ ਪ੍ਰਾਈਮ ਮਿਨਿਸਟਰ ਹੂ ਇਜ਼ ਫਰਮ ਯਾਰਕਸ਼ਾਇਰ। ਤੇ ਮਤਲਬ ਉਹ ਇਹੀ ਚਾਹਣਗੇ ਕਿ ਮੈਨੂੰ ਬ੍ਰਿਟਿਸ਼ ਹੀ ਮੰਨਿਆ ਜਾਏ, ਤੇ ਦੁਨੀਆ ਅਲੱਗ-ਅਲੱਗ ਕਲੇਮ ਕਰ ਰਹੀ। ਇੱਕ ਬੜਾ ਇੰਟਰਸਟਿੰਗ ਫਿਨੋਮੀਨਾ ਮੈਨੂੰ ਲੱਗਦਾ ਹੈ ਕਿ ਪੋਲੀਟਿਕਸ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰੀ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ। ਇੱਕ ਬੰਦਾ ਬਹੁਤ ਸਾਰੇ ਕੰਟਰੀਜ਼ ਤੋਂ ਹੈ ਯੈਸ, ਔਰ ਹਰ ਕੰਟਰੀ ਕਹਿ ਰਿਹਾ ਕਿ ਸਾਡੀ ਕੰਟਰੀ ਤੋਂ ਹੈ। ਸੋ ਆਈ ਥਿੰਕ ਇਹਦੇ ਪਿੱਛੇ ਇਹ ਵੀ ਹੋਏਗਾ ਕਿ ਕਿਤੇ ਨਾ ਕਿਤੇ ਸਾਨੂੰ ਇਮੀਗ੍ਰੈਂਟਸ ਨੂੰ, ਮਾਈਗ੍ਰੈਂਟਸ ਨੂੰ ਰਿਲੈਕਸੇਸ਼ਨ ਮਿਲੇ। ਉਹਨਾਂ ਦੇ ਦਿਮਾਗ 'ਚ ਇਹ ਗੱਲ ਹੋਣੀ ਚਾਹੀਦੀ ਹੈ ਜਦੋਂ ਪਾਲਿਸੀਜ਼ ਬਣਾਉਣ ਲੱਗਣ, ਕਿਉਂਕਿ ਇਹ ਤਾਂ ਹਮੇਸ਼ਾ ਇਕੋਨਮੀ ਨੂੰ ਧਿਆਨ 'ਚ ਰੱਖ ਕੇ ਡਿਸਾਈਡ ਕਰਦੇ ਨੇ ਕਿ ਕਿਹੜੀ ਕੰਟਰੀ ਤੋਂ ਕਿੰਨਾ ਪਰਸੈਂਟੇਜ, ਕਿੰਨੀ ਕੰਟਰੀ ਤੋਂ ਕਿੰਨਾ ਪਰਸੈਂਟੇਜ ਅਸੀਂ ਆਪਣੀ ਕੰਟਰੀ ਦੇ ਵਿੱਚ ਸਿਟੀਜ਼ਨਸ ਅਲਾਉ ਕਰਨੇ ਨੇ ਔਰ ਕਿੰਨੀ ਦਿਨ ਵਾਸਤੇ ਸਟੇ ਕਰਨਾ ਹੈ। ਇਟ ਇਜ਼ ਪੋਲੀਟੀਕਲ ਮੈਟਰ ਐਜ਼ ਵੈਲ ਐਜ਼ ਇਕਨੋਮਿਕ ਮੈਟਰ। ਅਸੀਂ ਸਾਰੀ ਇਹ ਗੱਲ ਜਾਣਦੇ ਹਾਂ। ਸੋ ਅਸੀਂ ਹੁਣ ਅੱਗੇ ਫਾਰਵਰਡ ਕਰੀਏ ਆਪਣੇ ਆਪ ਨੂੰ, ਵਰਲਡ ਪੋਲੀਟਿਕਸ 'ਤੇ ਆਉਂਦੇ ਹਾਂ। ਹੁਣ ਵਰਲਡ ਪੋਲੀਟਿਕਸ ਦੇ ਵਿੱਚ ਵੀ ਕਾਫੀ ਕੁਝ ਹੈ, ਕਾਫੀ ਥਾਂ ਤੋਂ ਵਧਾਈਆਂ ਵੀ ਗਈਆਂ ਨੇ। ਪੁਤਿਨ ਸਾਹਿਬ ਨੇ ਵਧਾਈ ਨਹੀਂ ਭੇਜੀ, ਔਰ ਚੀਨ ਦੇ ਵਿੱਚ ਉਹਨਾਂ ਦੇ ਆਪਣੇ ਸ਼ੀ ਜਿਨਪਿੰਗ ਉਹ ਆਪਣਾ ਸੈਲੀਬ੍ਰੇਸ਼ਨਸ ਕਰ ਰਹੇ ਨੇ। 3rd ਟਰਮ ਉਹਨਾਂ ਦੀ ਸ਼ੁਰੂ ਹੋ ਗਈ ਹੈ, ਉੱਥੋਂ ਵੀ ਸ਼ਾਇਦ ਕੋਈ ਖਾਸ ਇੰਟਰੈਕਸ਼ਨਸ ਨਹੀਂ ਆਈਆਂ। ਖੈਰ ਚੀਨ ਨਾਲ ਤੇ ਕਿਸੇ ਨੇ ਵੀ ਜ਼ਿਆਦਾ ਇੰਟਰੈਕਟ ਨਹੀਂ ਕੀਤਾ ਇਸ ਵਕਤ। ਸੋ ਹਰ ਥਾਂ ਦੇ ਉੱਤੇ ਮੀਡੀਆ ਦੇ ਵਿੱਚ ਰਿਸ਼ੀ ਸੁਨਾਕ ਹੀ ਛਾਏ ਹੋਏ ਨੇ। ਸੋ ਅਸੀਂ USA ਦੇ ਕੰਟੈਕਸਟ 'ਚੋਂ ਦੇਖਣਾ ਚਾਹੁੰਦੇ ਹਾਂ। USA ਦੇ ਕੰਟੈਕਸਟ ਤੋਂ ਇਹ ਘਟਨਾ ਕੀ ਪੁਆਇੰਟ ਆਫ ਵਿਊ ਰੱਖਦੀ ਹੈ? ਵੈਲ US ਦੇ ਕੰਟੈਕਸਟ, ਕਿਉਂਕਿ ਇੰਗਲੈਂਡ ਇੱਕ ਬੜਾ ਹੀ ਸਟਰੋਂਗ ਪਾਰਟਨਰ ਹੈ USA ਦਾ ਜੀ, ਐਂਡ USA ਦੇ ਜਿਹੜੇ ਪ੍ਰੈਜ਼ੀਡੈਂਟ ਜਿਓ ਬਾਈਡਨ ਹੈ ਉਹਨਾਂ ਨੇ ਵਧਾਈ ਭੇਜੀ। ਔਰ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਉਹਨਾਂ ਨੇ ਨਾਲ ਇਹ ਵੀ ਪੁਆਇੰਟ ਆਊਟ ਕੀਤਾ ਕਿ ਉਹ ਇੱਕ ਹਿੰਦੂ ਨੇ, ਇੱਕ ਇੰਡੀਅਨ ਓਰੀਜਨ ਦੇ ਨਾਲ ਤਾਲੁਕਾਤ ਰੱਖਦੇ ਨੇ। ਸ਼ਾਇਦ ਕਿਤੇ ਨਾ ਕਿਤੇ ਉਹ ਇੰਗਲੈਂਡ ਨੂੰ ਤਾਂ ਵਧਾਈ ਦੇ ਹੀ ਰਹੇ ਹੈ, ਲੇਕਿਨ ਨਾਲ ਹੀ ਨਾਲ ਮੈਨੂੰ ਲੱਗਦਾ ਹੈ, ਹੋ ਸਕਦਾ ਮੈਂ ਗਲਤ ਹੋਵਾਂ, ਕਿ ਇੰਡੀਆ ਨੂੰ ਵੀ ਪਲਕੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਆਈ ਥਿੰਕ ਜਿਓ ਬਾਈਡਨ ਇਜ਼ ਆਈ ਮੀਨ USA ਇਜ਼ ਵੈਰੀ ਹੈਪੀ, ਔਰ ਉਹਨਾਂ ਨੂੰ ਕੋਈ ਇੱਦਾਂ ਫਰਕ ਵੀ ਨਹੀਂ ਪਾਏਗਾ, ਕਿਉਂਕਿ ਜਿਹੜਾ ਮਰਜ਼ੀ ਪ੍ਰਾਈਮ ਮਿਨਿਸਟਰ ਆਵੇ ਜਾਵੇ, ਦੇ ਹੈਵ ਅ ਸਟਰੋਂਗ ਟਾਈਜ਼ ਵਿਦ US। ਐਂਡ ਐਜ਼ ਫਾਰ ਐਜ਼ ਪੁਟਿਨ ਦੀ ਤੁਸੀਂ ਗੱਲ ਕੀਤੀ ਹੈ, ਉਹਨਾਂ ਨੇ ਕੰਗ੍ਰੈਚੁਲੇਸ਼ਨਸ ਨਹੀਂ ਭੇਜੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਨਫਰੈਂਡਲੀ ਕੰਟਰੀ ਹੈ। ਐਂਡ ਬਿਕੋਜ਼ ਦੇ ਥਿੰਕ ਕਿ UK ਦਾ ਜਿਹੜਾ ਰੋਲ ਹੈ ਹੁਣ, ਜਿਹੜਾ ਯੂਕਰੇਨੀਅਨ ਕ੍ਰਾਈਸਿਸ 'ਚ ਚੱਲ ਰਿਹਾ, ਉਹ ਠੀਕ ਨਹੀਂ ਹੈ। ਬਲਕਿ ਜੇ ਅਸੀਂ ਜ਼ੈਲੈਂਸਕੀ ਦੀ ਗੱਲ ਕਰੀਏ, ਜਿਹੜੇ ਕਿ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਵਧਾਈ ਵੀ ਭੇਜੀ ਹੈ, ਔਰ ਉਹਨਾਂ ਨੇ ਨਾਲ ਪਬਲਿਕ ਨੂੰ ਵੀ ਇਹ ਦੱਸਿਆ ਹੈ ਕਿ ਮੇਰੀ ਅੱਜ ਗੱਲਬਾਤ ਹੋਈ ਸੀ ਰਿਸ਼ੀ ਸੁਨਕ ਨਾਲ, ਔਰ ਰਿਸ਼ੀ ਸੁਨਕ ਜਿਹੜੇ ਨੇ ਉਹਨਾਂ ਨੇ ਮੈਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਅਸੀਂ ਤੁਹਾਨੂੰ ਯੂਕਰੇਨ ਨੂੰ ਅਸੀਂ ਵੀ ਆਰ ਗੋਇੰਗ ਟੂ ਪ੍ਰੋਵਾਈਡ ਦਿਸ ਸਪੋਰਟ ਦਾ ਵੇ ਵੀ ਵਰ। ਤੇ ਆਈ ਥਿੰਕ ਕਿ ਔਰ ਐਜ਼ ਫਾਰ ਐਜ਼ ਇੰਡੀਆ ਇਜ਼ ਕੰਸਰਨ, ਜੇ ਅਸੀਂ ਦੇਖੀਏ ਤੇ ਅਸੀਂ ਵੈਸੇ ਹੀ ਸਾਡੇ ਲਈ ਬੜੀ ਫਖਰ ਦੀ ਗੱਲ ਹੈ, ਬਿਕੋਜ਼ ਨੈਚੁਰਲੀ ਉਹਨਾਂ ਦੀ ਅਗਰ ਰਿਸ਼ੀ ਸੁਨਕ ਚਲੋ ਇੱਥੇ ਦੇ ਨਹੀਂ ਵੀ ਉਹਨਾਂ ਦਾ ਬਰਥ ਹੋਇਆ, ਉਹਨਾਂ ਦੇ ਰੂਟਸ ਇੱਥੋਂ ਜਾ ਰਹੀਆਂ ਨੇ। ਤੇ ਆਈ ਥਿੰਕ ਆਲ ਦੀ ਇੰਡੀਅਨਸ ਆਰ ਸੈਲੀਬ੍ਰੇਟਿੰਗ, ਐਂਡ ਪਰਟੀਕੁਲਰਲੀ ਪੰਜਾਬੀ ਕਮਿਊਨਿਟੀ ਸ਼ੋਰ ਉਹ ਕਰ ਰਹੇ ਨੇ। ਔਰ ਰਸ਼ੀਆ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ, ਸ਼ਾਇਦ ਇਸੇ ਕਰਕੇ ਕਿ ਉਹਨਾਂ ਨੇ ਜ਼ੈਲੈਂਸਕੀ ਜੀ ਨੂੰ ਸਾਰੀ ਜੋ ਵੀਡੀਓ ਕਾਨਫਰੰਸਿੰਗ 'ਤੇ ਗੱਲਬਾਤ ਹੋਈ ਆ, ਉਹਦੇ 'ਚ ਆਸ਼ਵਾਸਨ ਵੀ ਦਿੱਤਾ, ਨਾਲ ਸਪੋਰਟ ਵੀ ਕੀਤਾ ਹੈ। ਸੋ ਆਈ ਥਿੰਕ ਇਹ ਵੀ ਕਾਰਨ ਹੋ ਸਕਦਾ ਕਿ ਰਸ਼ੀਆ ਵੱਲੋਂ ਕੋਈ ਖਾਸ ਇੰਟਰੈਕਸ਼ਨ ਨਹੀਂ ਆਈ, ਔਰ ਚਾਈਨਾ ਵੱਲੋਂ ਵੀ ਨਹੀਂ, ਕਿਉਂਕਿ ਚਾਈਨਾ ਜੋ ਹੈ ਉਹ ਰਸ਼ੀਆ ਦੇ ਨਾਲ ਸ਼ੇਕ ਹੈਂਡ ਕਰਦਾ ਹੈ, ਡਿਫਰੈਂਟ ਪਾਲਿਸੀਜ਼ ਦੇ ਉੱਤੇ ਉਹਦੇ ਨਾਲ ਸਾਥ ਦਿੰਦਾ ਹੈ। ਸੋ ਜਿਸ ਤਰ੍ਹਾਂ ਵਰਲਡ 3 ਹਿੱਸਿਆਂ 'ਚ ਵੰਡਦਾ ਪਿਆ ਹੈ, ਇੱਕ ਪਾਸੇ ਅਮਰੀਕਨ ਐਂਡ ਨਾਟੋ, ਦੂਸਰੇ ਪਾਸੇ ਰਸ਼ੀਆ, ਔਰ ਨਾਲ ਸ਼ਾਇਦ ਅਫਗਾਨਿਸਤਾਨ ਨੂੰ ਵੀ ਮਿਲਾਉਣਾ ਚਾਹੁੰਦੇ ਨੇ, ਔਰ 3rd ਉਹ ਜਿਹੜੇ ਨਿਊਟਰਲ ਨੇ ਹਰ ਪਾਸਿਓਂ, ਉਹ ਇਹ ਜੀਓ ਪੋਲੀਟਿਕਸ ਦੀ ਇੱਕ ਅਲੱਗ ਹੀ ਫਾਰਮੇਸ਼ਨ ਬਣਦੀ ਪਈ ਆ। ਸੋ ਇੰਡੀਆ ਦੇ ਕੰਟੈਕਸਟ 'ਚ ਆਪਾਂ ਆਉਂਦੇ ਹਾਂ। ਕਈ ਵਾਰ ਮੈਂ ਇਮੈਜੀਨੇਸ਼ਨ ਕਰਦਾ ਪਿਆ ਕਿ ਜਿਸ ਤਰ੍ਹਾਂ ਰਿਸ਼ੀ ਸੁਨਕ ਇਕਨੋਮਿਕ ਬੈਕਗਰਾਊਂਡ ਤੋਂ ਨੇ, ਫਾਈਨੈਂਸ ਮਿਨਿਸਟਰੀ 'ਚ ਰਹੇ ਨੇ। ਸੋ ਅਗਰ ਅੱਜ ਦੀ ਡੇਟ ਦੇ ਵਿੱਚ ਮਨਮੋਹਨ ਸਿੰਘ ਜੀ ਪ੍ਰਾਈਮ ਮਿਨਿਸਟਰ ਹੁੰਦੇ, ਇਕਨੋਮਿਕ ਬੈਕਗਰਾਊਂਡ ਤੋਂ, ਮੌਂਟੇਕ ਸਿੰਘ ਆਲੂਵਾਲੀਆ ਇੰਟੈਲੀਜੈਂਟ ਬ੍ਰੇਨ ਉਹਨਾਂ ਦੇ ਐਡਵਾਈਜ਼ਰ ਹੁੰਦੇ। ਖੈਰ ਅੱਜ ਦੇ ਸੀਨ ਨੂੰ ਆਪਾਂ ਡਿਸਕਸ ਕਰਾਂਗੇ। ਮੈਂ ਉਸ ਇਮੈਜੀਨੇਸ਼ਨ ਨੂੰ ਜ਼ਰਾ ਦੇਖਦਾ ਪਿਆ, ਕਿਸ ਤਰ੍ਹਾਂ ਦਾ ਫੀਲ ਕਰਦਾ ਇੱਕ ਬ੍ਰਿਲੀਅੰਟ ਬ੍ਰੇਨਸ, ਇਕਨੋਮਿਕ ਬ੍ਰੇਨਸ। ਆਈ ਥਿੰਕ ਤੁਹਾਡੀ ਇਮੈਜੀਨੇਸ਼ਨ ਬੜੀ ਇਨੋਵੇਟਿਵ ਤੇ ਇੰਟਰਸਟਿੰਗ ਲੱਗ ਰਹੀ ਹੈ ਮੈਨੂੰ। ਮਤਲਬ ਯੂ ਆਰ ਟਰਾਈਂਗ ਟੂ ਇਮੈਜਿਨ ਕਿ ਅਗਰ ਇੱਦਾਂ ਹੋ ਸਕਦਾ ਸੀਗਾ ਜੀ, ਹੈ ਨਾ। ਔਰ ਮੈਨੂੰ ਲੱਗਦਾ ਹੈ ਕਿ ਯੈਸ ਡੈਫੀਨੇਟਲੀ there could have been really some ground-breaking things, you know, had there been Manmohan Singh as a prime minister or a finance minister, agar us daur 'ਚ ਇਹ ਸਭ ਹੁੰਦਾ। but ਚਲੋ ਅਸੀਂ ਬਹੁਤ ਅੱਗੇ ਆ ਗਏ, now today we are in 21st century,
ਪਰ ਹਜੇ ਵੀ ਸਾਡੇ ਰਿਲੇਸ਼ਨ ਜਿਹੜੇ ਯੂਕੇ ਨਾਲ ਹੈ, ਖਾਸ ਕਰ ਜਿਹੜਾ ਸਾਡਾ ਟ੍ਰੇਡ ਆ, ਅੱਛਾ ਹੀ ਜਾ ਰਿਹਾ ਹੈ ਜੀ ਇਨਫੈਕਟ ਅਸੀਂ ਉਹਨੂੰ ਹੋਰ ਅੱਛਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਹਾਂ ਔਰ ਮੈਨੂੰ ਲੱਗਦਾ ਅੱਛਾ ਹੀ ਹੋਏਗਾ। ਔਰ ਰਿਸ਼ੀ ਸੋਨਕ ਨੂੰ ਫਾਈਨੈਂਸ ਮਾਸਟਰ ਕਿਹਾ ਜਾਂਦਾ ਹੈ ਜੀ ਰਾਈਜ਼ਿੰਗ ਸਟਾਰ ਆਫ ਉਹਨਾਂ ਨੂੰ ਕਿਹਾ ਜਾਂਦਾ ਜਿਹੜੀ ਉਹਨਾਂ ਦੀ ਪਾਰਟੀ ਹੈਗੀ ਹੈ ਐਂਡ ਹੀ ਇਜ਼ ਬੀਇੰਗ ਟਰਮਡ ਇਨ ਸੋ ਮੈਨੀ ਥਿੰਗਸ ਬੈਂਕਰ ਕਿਹਾ ਜਾ ਰਿਹਾ ਬਹੁਤ ਸਾਰੇ ਉਹਨਾਂ ਨਾਲ ਉਹਨਾਂ ਲਈ ਐਡਜੈਕਟਿਵਸ ਯੂਜ਼ ਹੋ ਰਹੇ ਪੋਜ਼ਿਟਿਵ ਐਡਜੈਕਟਿਵਸ ਅਤੇ ਲੋਕਾਂ ਨੂੰ ਵੀ ਉਹਨਾਂ ਤੋਂ ਬੜੀ ਆਸ ਹੈ ਔਰ ਵੀ ਇੰਡੀਅਨਸ ਸਾਨੂੰ ਵੀ ਬੜੀ ਆਸ ਹੈ ਔਰ ਪੰਜਾਬੀਆਂ ਨੂੰ ਤਾਂ ਜ਼ਿਆਦਾ ਹੀ ਆਸ ਹੈ। ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਆਸ ਹੈ ਕਿ ਦੁਬਾਰਾ ਤੋਂ ਟਰੈਕ ਤੇ ਲੈ ਕੇ ਆਉਣਗੇ ਇਕਨੋਮੀ ਬ੍ਰਿਟੇਨ ਦੇ ਵਾਸੀਆਂ ਨੂੰ ਇਹ ਉਮੀਦ ਹੈ ਔਰ ਅਸੀਂ ਵੀ ਦੇਖਦੇ ਹਾਂ ਕਿ ਕਾਫੀ ਅੱਛੇ ਰਿਜ਼ਲਟਸ ਹੋ ਸਕਦੇ ਨੇ ਸਾਡੇ ਨਾਲ ਟ੍ਰੇਡ ਦੇ ਹਾਲਾਂ ਵੀ ਹੈਗੇ ਨੇ ਹੋਰ ਜ਼ਿਆਦਾ ਹੋ ਸਕਦੇ ਨੇ ਕਿਉਂਕਿ ਪ੍ਰਾਈਮ ਮਿਨਿਸਟਰ ਮੋਦੀ ਨਾਲ ਵੀ ਉਹਨਾਂ ਦੀ ਗੱਲਬਾਤ ਹੋਈ ਹੈ ਫੋਨ ਦੇ ਉੱਤੇ ਔਰ ਕੁਝ ਇੱਕ ਟ੍ਰੇਡ ਦੀਆਂ ਗੱਲਾਂ ਵੀ ਹੋਈਆਂ ਨੇ ਅੱਗੇ ਬਿਜ਼ਨਸ ਨੂੰ ਕਿੱਦਾਂ ਫਲਰਿਸ਼ ਕਰਨਾ ਐਡਵਾਂਸ ਕਿੱਦਾਂ ਕਰਨਾ ਉਸ ਬਾਰੇ ਵੀ ਗੱਲਬਾਤ ਹੋਈ ਹੈ। ਸੋ ਉਸ ਚੀਜ਼ ਨੂੰ ਦੇਖਦੇ ਹੋਏ ਤੁਸੀਂ ਕੀ ਸਮਝਦੇ ਹੋ ਕਿ ਕੀ ਬੈਨੀਫਿਟ ਹੋ ਸਕਦਾ ਹੈ ਦੋਵਾਂ ਕੰਟਰੀਜ਼ ਨੂੰ ਵਿਨ ਸਿਚੁਏਸ਼ਨ ਹੋ ਸਕਦੀ ਹੈ ਕਿਉਂਕਿ ਸਾਡੀ ਵੀ ਅਰਥ ਵਿਵਸਥਾ ਟਰੈਕ ਤੇ ਨਹੀਂ ਤੇ ਯੂਕੇ ਦੀ ਅਰਥ ਵਿਵਸਥਾ ਵੀ ਟਰੈਕ ਤੇ ਨਹੀਂ ਹੈਗੀ। ਵਾਈ ਨਾਟ ਬੈਨੀਫਿਟ ਡੈਫੀਨੇਟਲੀ ਹੋ ਸਕਦਾ ਹੈ ਬਟ ਇਟ ਵਿਲ ਬੀ ਅ ਵੈਰੀ ਚੈਲੰਜਿੰਗ ਟਾਸਕ। ਯੂਕੇ ਲਈ ਜ਼ਿਆਦਾ ਚੈਲੰਜਸ ਨਾਲ ਭਰਿਆ ਰਹੇਗਾ। ਉਹ ਚੈਲੰਜ ਇੱਦਾਂ ਹੈ ਕਿ ਇਕਨੋਮਿਕ ਚੈਲੰਜ ਦੇ ਨਾਲ ਨਾਲ ਉਹਨਾਂ ਨੂੰ ਪੋਲੀਟੀਕਲ ਚੈਲੰਜ ਵੀ ਹੈ ਪੋਲੀਟੀਕਲ ਇਨਸਟੇਬਿਲਿਟੀ ਵੀ ਉੱਥੇ ਹੋਈ ਹੈ। ਰਿਸ਼ੀ ਸੋਨਕ ਇਜ਼ 157th ਪ੍ਰਾਈਮ ਮਿਨਿਸਟਰ 157 ਤਾਂ ਹੈ ਹੀ ਹੈ ਲੇਕਿਨ ਇਹਨਾਂ 6 ਮਹੀਨਿਆਂ 'ਚੋਂ ਤੀਸਰੇ ਪ੍ਰਾਈਮ ਮਿਨਿਸਟਰ ਬਣ ਗਏ ਔਰ ਇਹ ਪਿਛਲੇ ਕੁਝ ਸਾਲਾਂ 5-6 ਸਾਲਾਂ 'ਚ ਹੀ ਇਜ਼ ਦ 5th ਪ੍ਰਾਈਮ ਮਿਨਿਸਟਰ ਜੀ ਐਂਡ ਹੀ ਵਾਜ਼ ਦੀ ਵਨ ਰਿਸ਼ੀ ਸੋਨਕ ਵਾਜ਼ ਦੀ ਵਨ ਹੂ backed Boris Johnson to quit out of Brexit ਜਿਹੜੀ ਅਸੀਂ ਉਹਨਾਂ ਨੂੰ ਯੂਰਪੀਅਨ ਯੂਨੀਅਨ ਛੱਡਣਾ ਸੀਗਾ ਉਹਦੇ ਵਿੱਚ ਵੀ ਇਹਨਾਂ ਦਾ ਬਹੁਤ ਵੱਡਾ ਰੋਲ ਹੈ। ਹੁਣ ਇਸ ਬੰਦੇ ਨੇ ਰਿਸ਼ੀ ਸੋਨਕ ਸਾਰਾ ਤੁਸੀਂ ਮੀਡੀਆ ਦੇਖ ਲਓ ਤੁਸੀਂ ਜਿੰਨੀਆਂ ਵੀ ਅਖਬਾਰਾਂ ਦੇਖ ਲਓ ਤੁਸੀਂ ਜਿੰਨੇ ਵੀ ਹੋਰ ਆਈ ਮੀਨ ਡਿਫਰੈਂਟ ਪਲੈਟਫਾਰਮਸ ਦੇਖ ਲਓ ਇਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਹੀ ਡਿਡ ਸਮ ਵੰਡਰਫੁਲ ਜੌਬਸ ਡਿਊਰਿੰਗ ਪੈਂਡੈਮਿਕ ਰਿਸ਼ੀ ਸੋਨਕ ਐਕਚੁਅਲੀ ਰਿਸ਼ੀ ਸੋਨਕ ਨੇ 7 ਸਾਲਾਂ 'ਚ ਜਿਹੜਾ ਸਫ਼ਰ ਤੈਅ ਕੀਤਾ ਹੈ ਇਨ 2015 ਹੀ ਜੁਆਇਨਡ the parliament of the Britain and just within the span of 7 years he is becoming a prime minister। ਇਹਦਾ ਮਤਲਬ ਸਿੱਧਾ ਸਾਦਾ ਹੈ ਕਿ he is a man of substance ਹੈ ਨਾ ਔਰ ਇਕਨੋਮਿਕਲੀ ਵਾਕਈ ਇਸ ਬੰਦੇ ਨੇ ਬਹੁਤ ਕੁਝ ਕੀਤਾ ਪੈਂਡੈਮਿਕ ਦੇ ਟਾਈਮ 'ਚ ਜਦੋਂ ਬਹੁਤ ਹੀ ਔਖਾ ਟਾਈਮ ਸੀਗਾ ਅਤੇ ਮੈਨੂੰ ਤਾਂ ਬਹੁਤ ਜ਼ਿਆਦਾ ਹੋਪ ਦੇ ਨਾਲ ਨਾਲ ਮੈਂ ਦੁਆਵਾਂ ਵੀ ਕਰਾਂਗੀ ਕਿ ਰਿਸ਼ੀ ਸੋਨਕ ਅੱਛੀ ਪਰਫਾਰਮੈਂਸ ਦੇਣ ਆਪਣੀ ਕੰਟਰੀ ਨੂੰ ਵੀ ਵਿਨ ਸਿਚੁਏਸ਼ਨ 'ਚ ਲੈ ਕੇ ਆਉਣ ਅਤੇ ਜਿਹੜੇ ਉਹਨਾਂ ਦੇ ਟ੍ਰੇਡਿੰਗ ਪਾਰਟਨਰ ਹੈ ਜਿੱਦਾਂ ਇੰਡੀਆ ਇੱਕ ਟ੍ਰੇਡਿੰਗ ਪਾਰਟਨਰ ਹੈ ਸਾਡੇ ਲਈ ਵੀ ਵਿਨ ਸਿਚੁਏਸ਼ਨ ਬਣੇ। ਇੱਕ ਚੀਜ਼ ਇਹਦੇ 'ਚ ਹੁੰਦੀ ਹੈ ਜੋ ਆਪਾਂ ਇੰਗਲੈਂਡ ਦੇ ਪ੍ਰਸਪੈਕਟਿਵ ਨਾਲ ਦੇਖੀਏ ਉੱਥੋਂ ਦੇ ਲੋਕਾਂ ਨੂੰ ਇਹ ਉਮੀਦ ਹੈ ਔਰ ਡਿਬੇਟਸ ਦੇ ਵਿੱਚ ਹਮੇਸ਼ਾ ਸੂਨਕ ਕਹਿੰਦੇ ਰਹੇ ਨੇ ਕਿ ਮੈਂ ਲੋਕਾਂ ਦਾ ਪ੍ਰਾਈਮ ਮਿਨਿਸਟਰ ਹਾਂ ਹਾਂਜੀ ਔਰ ਮੈਂ ਲੋਕਾਂ ਦੇ ਵਾਸਤੇ ਕੰਮ ਕਰਨਾ ਹੈ ਔਰ ਖਾਸ ਤੌਰ ਦੇ ਉੱਤੇ ਟੈਕਸ ਦੇ ਵਿੱਚ ਰਿਲੈਕਸੇਸ਼ਨ ਦੇਵਾਂਗਾ ਹਾਂਜੀ ਔਰ ਇਸ ਵਕਤ ਜਦੋਂ ਉਹਨਾਂ ਦੀ ਇਕਨੋਮੀ ਅੰਡਰ ਪ੍ਰੈਸ਼ਰ ਹੈ ਬਹੁਤ ਜ਼ਿਆਦਾ ਲੋਨ ਹੈ ਈਵਨ ਇੰਡੀਅਨ ਗਵਰਨਮੈਂਟ ਤੋਂ ਵੀ ਲੋਨ ਹੈ ਸੋ ਇਸ ਪ੍ਰੈਸ਼ਰ ਦੇ ਵਿੱਚ ਉਹ ਕਿਸ ਤਰ੍ਹਾਂ ਟੈਕਸ ਰਿਲੈਕਸੇਸ਼ਨ ਹੋ ਸਕਦੀ ਆ ਅਤੇ ਇੱਦਾਂ ਦੀਆਂ ਇਕਨੋਮਿਕ ਪੋਲਿਸੀਜ਼ ਕਿੱਦਾਂ ਹੋ ਸਕਦੀਆਂ ਨੇ ਜਿਹੜੀਆਂ ਲੋਕਾਂ ਦੇ ਯਾਨੀ ਕਿ ਕਾਮਨ ਪੀਪਲ ਦੇ ਫੇਵਰ 'ਚ ਹੋਣਗੀਆਂ ਹਾਲਾਂਕਿ ਉੱਥੇ ਇਲੀਟ ਪੋਲੀਟਿਕਸ ਬਹੁਤ ਜ਼ਿਆਦਾ ਹੈ। ਯੈਸ ਦੇਖੋ ਤੁਸੀਂ ਨਾ ਮੈਨੂੰ ਇੱਕ ਬਹੁਤ ਹੀ ਟਫ ਕੁਐਸਚਨ ਪੁੱਛਿਆ well I am not an economist but though being a political student of a political science I can say कि ऋषि सोनक को ਤੁਸੀਂ ਦੇਖੋ ਨਾ ਤਜਰਬਾ ਬਹੁਤ ਹੈ ਜੀ ਔਰ ਗੱਲ ਡਿਗਰੀਆਂ ਦੀ ਨਹੀਂ ਆ ਸੀ ਮੈਂ ਇਹ ਨਹੀਂ ਕਹੂੰਗੀ ਜੀ ਉਹਨਾਂ ਨੇ MBA ਦੇ ਡਿਗਰੀ ਲਈ ਸਟੈਨਫੋਰਡ ਯੂਨੀਵਰਸਿਟੀ ਦੈਟ ਮੇਕਸ ਹਿਮ ਅ ਪਰਫੈਕਟ ਫਾਈਨੈਂਸ ਮੈਨੇਜਮੈਂਟ ਨੋ ਇਟਸ ਨਾਟ ਲਾਈਕ ਦੈਟ ਬਟ ਸਰਟਨਲੀ ਜਿਹੜਾ ਉਹਨਾਂ ਨੇ 7 ਸਾਲਾਂ 'ਚ ਐਕਸਪੀਰੀਅੰਸ ਲੈ ਲਿਆ ਨਾ ਹਾਂਜੀ ਤੁਸੀਂ ਦੇਖੋ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਕੋ ਕੋਈ ਹੋਰ ਚਿਹਰਾ ਹੀ ਨਹੀਂ ਹੈ ਕੋਈ ਹੋਰ ਖੜਨ ਨੂੰ ਤਿਆਰ ਹੀ ਨਹੀਂ ਹੈ ਠੀਕ ਹੈ ਅਗਰ ਕੋਈ ਖੜਾ ਹੋ ਰਿਹਾ ਉਹ ਪਿੱਛੇ ਨੂੰ ਮੁੜ ਰਿਹਾ ਵਾ ਆਪਣਾ ਨਾਮ ਵਾਪਸ ਲੈ ਰਿਹਾ ਠੀਕ ਹੈ ਹੁਣ ਇੱਥੇ ਆ ਕੇ ਅਗਰ ਰਿਸ਼ੀ ਸੋਨਕ ਨੇ ਪਹਿਲੇ ਵੀ ਆਪਣਾ ਪੂਰਾ ਪਹਿਲੇ ਵੀ ਸਾਨੂੰ ਲੱਗ ਰਿਹਾ ਸੀ ਕਿ ਸ਼ਾਇਦ ਪ੍ਰਾਈਮ ਮਿਨਿਸਟਰ ਬਣ ਜਾਣਗੇ ਘਰ ਨਹੀਂ ਬਣੇ ਹੁਣ ਜੋ ਇੰਨੇ ਚੈਲੰਜਸ 'ਚ ਨਿਕਲ ਕੇ ਆ ਰਹੇ ਨੇ ਤਾਂ ਜ਼ਰੂਰ ਉਹਨਾਂ ਕੋ ਕੋਈ ਨਾ ਕੋਈ ਫਾਰਮੂਲਾ ਹੋਏਗਾ ਔਰ ਇਹ ਸਾਨੂੰ ਬੜੀ ਛੇਤੀ ਦੇਖਣ ਨੂੰ ਮਿਲੇਗਾ ਮਤਲਬ ਮੇਰੇ ਕੋਲ ਕੋਈ ਬਲੂ ਪ੍ਰਿੰਟਸ ਤਾਂ ਨਹੀਂ ਹੈਗੇ ਇਸ ਟਾਈਮ ਕਿ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਬਟ ਹਿਜ਼
ਹਿਜ਼ ਤੁਸੀਂ ਉਹਨਾਂ ਦੀ ਜਦੋਂ ਜਿੰਨੀ ਵੀ ਹੁਣ ਡਿਬੇਟਸ ਹੋਏ ਰੀਸੈਂਟ 1-2-3 ਦਿਨਾਂ ਦੇ ਤੁਸੀਂ ਜੇ ਡਿਬੇਟ ਦੇਖੋ ਉਹਨਾਂ ਦੇ ਪਾਰਲੀਮੈਂਟ, ਜਿੱਦਾਂ ਉਹਨਾਂ 'ਤੇ ਕੁਐਸਚਨਸ ਫਾਇਰ ਕੀਤੇ ਗਏ, ਜਿੱਦਾਂ ਬੰਬਾਰਡਮੈਂਟ ਕੀਤੀ ਗਈ ਕੁਐਸਚਨਸ ਦੀ, ਐਂਡ ਦ ਵੇ ਹੀ ਆਨਸਰਡ, ਜਦੋਂ ਤੁਸੀਂ ਉਹਨਾਂ ਦੇ ਪਾਰਲੀਮੈਂਟਰੀ ਸਪੀਚਿਸ ਸੁਣੋਗੇ, ਜੋ ਉਹਨਾਂ ਦੇ ਓਪੋਨੈਂਟਸ ਨੇ ਉਹਨਾਂ 'ਤੇ ਟਫ ਕੁਐਸਚਨਸ ਪਾਏ ਔਰ ਜਿੱਦਾਂ ਉਹਨਾਂ ਨੇ ਜਵਾਬ ਦਿੱਤੇ। ਕੁਇਜ਼ ਹੋਇਆ ਹੈ, ਕੁਇਜ਼ ਦੇ ਵਿੱਚ ਵੀ ਉਹਨਾਂ ਨੇ ਆਨਸਰਸ ਕੀਤੇ ਨੇ। ਯੈਸ, ਹੀ ਇਜ਼ ਅ ਟਫ ਗਾਏ, ਯੈਸ, ਦੇਖਣ ਨੂੰ ਮਿਲਦਾ। ਔਰ ਤੁਸੀਂ ਜਿੱਦਾਂ ਕਿਹਾ ਕਿ 7 ਸਾਲ ਦਾ ਐਕਸਪੀਰੀਅੰਸ ਹੈ, ਐਕਸਪੀਰੀਅੰਸ ਇਜ਼ ਅ ਬਿਗ ਥਿੰਗ। ਯੈਸ। ਸੋ ਇਹ ਕਿਸੇ ਵੀ ਇਨਸਾਨ ਨੂੰ ਟਫ ਬਣਾਏਗਾ, ਸਟਰੋਂਗ ਬਣਾਏਗਾ। ਸੋ ਇਹ ਪਰਸਨੈਲਿਟੀ ਤਾਂ ਹੈ ਜੋ ਲੋਕਾਂ ਨੂੰ। ਔਰ ਗੱਲ ਪਤਾ ਕਿ ਉਹਨਾਂ ਨੇ ਬੋਰਿਸ ਜੌਨਸਨ ਦੇ ਨਾਲ ਬੜਾ ਕਲੋਜ਼ਲੀ ਉਹਨਾਂ ਨੂੰ ਮੌਕਾ ਮਿਲਿਆ ਸੀ 2-3 ਸਾਲਾਂ ਦੇ ਅੰਦਰ ਹੀ ਇੰਗਲੈਂਡ ਦੀ ਜਿਹੜੀ ਮੇਨ ਫਾਈਨੈਂਸਿਸ ਦਾ ਜਿਹੜਾ ਉਹ ਸੱਤਾ ਨੂੰ ਸਮਝਣ ਦਾ। ਐਂਡ ਸਿੰਸ ਹੀ ਹਿਮਸੈਲਫ ਇਜ਼ ਅ ਬਿਗ ਟਾਈਕੂਨ, ਹੁਣ ਇਹ ਤਾਂ ਸਾਰੀ ਦੁਨੀਆ ਅੱਜ ਜਾਣਦੇ ਕਿ ਕਿੰਗ ਚਾਰਲਸ ਨਾਲ ਅਸੀਂ ਜੇ ਕੰਪੈਰੀਜ਼ਨ ਕਰੇ ਤਾਂ ਹੀ ਹੈਜ਼ ਡਬਲ ਦੀ ਵਰਥ। ਤੇ ਹੁਣ ਜਿਹੜੇ ਬੰਦਾ ਵਨ ਹੂ ਕੈਨ ਮੇਕ ਮਨੀ ਕੈਨ ਆਲਸੋ ਹੈਲਪ ਅਦਰਸ ਮੇਕਿੰਗ ਮਨੀ ਔਰ ਮਿੰਟਿੰਗ ਦੀ ਮਨੀ। ਤੇ ਮੈਨੂੰ ਲੱਗਦਾ ਕਿ ਉਹਨਾਂ ਦੀ ਪਾਲਿਸੀਜ਼ ਕਾਫੀ ਅੱਛੀਆਂ ਹੋਣਗੀਆਂ, ਆਉਣ ਵਾਲਾ ਵਕਤ ਦੱਸੇਗਾ ਸਾਨੂੰ। ਯੈਸ, ਔਰ ਉਹ ਆਪਣੇ ਜਿੱਥੇ ਦੇਸ਼ ਦੀ ਇਕਨੋਮੀ ਨੂੰ ਸਟਰੋਂਗ ਕਰਨਗੇ Yes. ਤਾਂ ਵਾਕਈ ਉਹਨਾਂ ਨੂੰ ਪੂਰੀ ਦੁਨੀਆ ਦੀ ਇਕਨੋਮੀ ਨੂੰ ਧਿਆਨ 'ਚ ਹਾਂ, ਰੱਖ ਕੇ ਲੇਕਿਨ ਹੀ। ਇੱਕ ਚੈਲੰਜ ਇਹ ਜ਼ਰੂਰ ਹੈ ਕਿ ਜਿਹੜਾ ਵਾਰ ਹੈ, ਯੂਕਰੇਨੀਅਨ ਵਾਰ ਜਿਹੜਾ ਚੱਲ ਰਿਹਾ ਹੈ, ਜਿਹੜਾ ਕਿ ਹੁਣ 7-8 ਮਹੀਨੇ ਤੋਂ ਲਟਕ ਗਿਆ ਹੈ ਨਾ, ਹਜੇ ਵੀ ਕੋਈ ਹਜੇ ਉਹਦਾ ਕੁਛ ਉਹ ਨਹੀਂ, ਇਹ ਥੋੜ੍ਹਾ ਜਿਹਾ ਇੱਕ ਕੰਸਟ੍ਰੇਨ ਹੋਏਗਾ, ਬਟ ਦੈਨ ਦਿਸ ਇਜ਼ ਐਨ ਇੰਟਰਨੈਸ਼ਨਲ ਮੈਟਰ। ਜਿਹੜੀ ਡੋਮੈਸਟਿਕ ਜਿਹੜੀ ਇੰਗਲੈਂਡ ਦਾ ਮੈਟਰ ਹੈ ਉਹ ਹੈ ਕਿ ਲੋਕਾਂ ਨੂੰ ਥੋੜ੍ਹਾ ਹੋਪ ਹੈ ਐਂਡ ਪੀਪਲ ਆਰ ਸਪੋਰਟਿੰਗ। ਯਾ, ਔਰ ਇੱਕ ਚੀਜ਼ ਸਪੋਰਟਿੰਗ ਤੋਂ ਮੈਨੂੰ ਲੱਗ ਰਿਹਾ ਕਿ ਆਪਾਂ ਇੱਕ ਇਸ ਚੀਜ਼ ਨੂੰ ਅੱਗੇ ਵਧਾਈਏ, ਸਪੋਰਟ ਸ਼ਬਦ ਨੂੰ ਇਸਤੇਮਾਲ ਕਰਦੇ ਹੋਏ। ਡੈਮੋਕ੍ਰੇਸੀ, ਉਹਦੀ ਡੈਫੀਨੇਸ਼ਨ ਅਸੀਂ ਸਾਰੇ ਜਾਣਦੇ ਹਾਂ, ਫॉर द ਪੀਪਲ, ਆਫ द ਪੀਪਲ, ਬਾय द ਪੀਪਲ। ਸੋ ਇਸ ਡੈਫੀਨੇਸ਼ਨ ਨੂੰ ਕਿੱਦਾਂ ਸਪੋਰਟ ਕਰੇਗਾ ਇਹਨਾਂ ਦਾ ਚੁਣੇ ਜਾਣਾ ਇੱਕ ਵਿਦੇਸ਼ੀ ਧਰਤੀ ਦੇ ਉੱਤੇ, ਗੋਰਿਆਂ ਦੀ ਧਰਤੀ ਦੇ ਉੱਤੇ ਇੱਕ ਭਾਰਤੀ, ਔਰ ਉਹ ਪ੍ਰਾਈਮ ਮਿਨਿਸਟਰ ਬਣਦਾ ਜਿਸ ਕੰਟਰੀ ਨੇ ਸਾਡੇ ਉੱਤੇ 190 ਈਅਰਸ ਤੱਕ ਰਾਜ ਕੀਤਾ ਹੋਵੇ। ਸੋ ਡੈਮੋਕ੍ਰੇਸੀ ਦੀ ਕੀ ਡੈਫੀਨੇਸ਼ਨ ਬਣੇਗੀ? ਡੈਮੋਕ੍ਰੇਸੀ, ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਟਵਿੱਟਰ 'ਤੇ ਨਾ ਆ ਰਿਹਾ ਸੀਗਾ ਕਿ ਸੁਨਾਕ ਨਾਓ ਯੂ ਗੈਟ ਅਸ ਕੋਹੀਨੂਰ ਬੈਕ, ਠੀਕ ਹੈ। ਫਿਰ ਇੱਕ ਗੱਲਬਾਤ ਚੱਲੀ ਕਿ ਆਸ਼ੀਸ਼ ਨਹਿਰਾ ਨਾਲ ਆਸ਼ੀਸ਼ ਨਹਿਰਾ ਇਜ਼ ਦੀ ਕ੍ਰਿਕਟਰ, ਉਹਦੇ ਨਾਲ ਕੰਪੇਅਰ ਕਰ ਰਹੇ ਹੈ, ਓਕੇ, ਠੀਕ ਹੈ। ਦੈਨ ਦੇ ਆਰ ਸੇਇੰਗ ਮਤਲਬ ਨਾਓ ਵੀ ਜਿਹੜਾ ਵਾਈਟ ਮੈਨ ਬਰਡਨ ਕਹਿ ਰਹੇ ਸੀਗੇ, ਠੀਕ ਹੈ। ਇਹ ਸਭ ਟਵਿੱਟਰ 'ਤੇ ਨਾ ਇਹ ਸਭ ਸਟੋਰੀਜ਼ ਬੜੀ ਇੰਟਰਸਟਿੰਗ ਚੱਲ ਰਹੀਆਂ ਨੇ, ਬੜਾ ਟ੍ਰੈਂਡ ਹੋ ਰਿਹਾ ਹੈ। ਬਟ ਇਹ ਵਾਕਈ ਮੰਨਣਾ ਪਏਗਾ ਕਿ ਇਹ ਤਾਂ ਗੱਲ ਬਿਲਕੁਲ ਪੱਕੀ ਹੈ ਨਾ ਕਿ ਇੰਗਲੈਂਡ ਵਾਜ਼ ਦੀ ਮਦਰ ਆਫ ਡੈਮੋਕ੍ਰੇਸੀਜ਼। ਜਿਹੜੀ ਵੀ ਅਸੀਂ ਅੱਜ ਡੈਮੋਕ੍ਰੇਸੀ 'ਚ ਸਾਹ ਲੈ ਰਹੇ ਹਾਂ, ਜਿਹੜਾ ਅਸੀਂ ਬੈਠ ਕੇ ਅੱਜ ਤੁਸੀਂ ਤੇ ਮੈਂ ਗੱਲਬਾਤ ਕਰ ਰਹੇ ਹੋ, ਇਸ ਡੈਮੋਕ੍ਰੇਸੀ ਦੀ ਜਿਹੜੀ ਨੀਂਹ ਹੈ ਉਹ ਸਾਨੂੰ ਇੰਗਲੈਂਡ ਨੇ ਦਿੱਤੀ। ਭਾਵੇਂ ਅਸੀਂ ਇੰਗਲੈਂਡ ਨੂੰ ਕਹੀ ਜਾਈਏ ਜੀ ਕਲੋਨੀਅਲ ਪਾਵਰ ਸੀ, ਇੰਪੀਰੀਅਲਿਸਟ ਸੀ, ਜਾਂ ਅਸੀਂ ਉਹਨਾਂ ਨੂੰ ਮਜ਼ਾਕ ਨਾਲ ਉਹਨੂੰ ਅਸੀਂ ਉਸ ਦ੍ਰਿਸ਼ਟੀ ਨਾਲ ਦੇਖ ਰਹੇ ਹਾਂ, ਪਰ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਜਿਹੜੀ ਚੀਜ਼ ਉਹਨਾਂ ਨੇ ਦੁਨੀਆ ਨੂੰ ਦਿੱਤੀ ਹੈ ਡੈਮੋਕ੍ਰੇਸੀ, ਉਹ ਵਾਕਈ ਤਾਰੀਫ ਦੇ ਕਾਬਿਲ ਹੈ। ਹੁਣ ਇਸ ਡੈਮੋਕ੍ਰੇਸੀ ਨੂੰ ਰਿਸ਼ੀ ਸੁਨਕ ਨੂੰ ਚੁਣ ਕੇ ਉਹਨਾਂ ਨੇ ਫਿਰ ਇੱਕ ਵਾਰੀ ਇਹਨੂੰ ਰੀਡਿਫਾਈਨ ਕਰ ਦਿੱਤਾ ਹੈ। ਭਾਵੇਂ ਕਿਹਾ ਇਹ ਜਾ ਰਿਹਾ ਹੈ ਕਿ ਜੀ ਰਿਸ਼ੀ ਸੁਨਕ ਨੂੰ ਲੋਕਾਂ ਨੇ ਡਾਇਰੈਕਟਲੀ ਚੁਣਿਆ ਨਹੀਂ ਹੈ, ਇਹ ਤਾਂ ਜੀ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਹੀ ਇੱਕ ਲੀਡਰ ਚੁਣ ਦਿੱਤਾ, ਪਰ ਚੁਣਿਆ ਤਾਂ ਹੈ ਨਾ ਜੀ, ਜਿਗਰਾ ਤੇ ਕੱਢਿਆ ਨਾ, ਹੈ ਨਾ। ਇੱਕ ਬਹੁਤ 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 ਵੱਡਾ ਮਾਈਲਸਟੋਨ ਹੈ ਇਹ, ਆਉਣ ਵਾਲੇ ਇਤਿਹਾਸ ਦੀ ਇੱਕ ਬਹੁਤ ਵੱਡਾ ਇਤਿਹਾਸ ਬਣੇਗਾ ਕਿ ਡੈਮੋਕ੍ਰੇਸੀ ਨੂੰ ਇੱਕ ਨਵੀਂ ਸ਼ਕਲ ਦੇ ਦਿੱਤੀ ਇੰਗਲੈਂਡ ਨੇ ਪ੍ਰਾਈਮ ਮਿਨਿਸਟਰ ਸੁਨਕ ਨੂੰ ਚੁਣ ਕੇ। ਅਸੀਂ ਜੇ ਆਪਣਾ ਇੰਡੀਆ ਦਾ ਦੇਖੀਏ ਹਿਸਟਰੀ ਨੂੰ, ਤੇ ਕਿਸੇ ਵਕਤ ਕਾਰਨ ਬਣੇ ਸੀ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੀ ਡੈਥ ਤੋਂ ਬਾਅਦ ਕਿ ਮਿਸਿਸ ਸੋਨੀਆ ਗਾਂਧੀ ਪ੍ਰਾਈਮ ਮਿਨਿਸਟਰ ਬਣਨ, ਕਿਉਂਕਿ ਬੀਇੰਗ ਦ ਹੈਡ ਆਫ ਕਾਂਗਰਸ ਆਈ। ਸੋ ਉਦੋਂ ਬੜੀ ਡਿਬੇਟ ਹੋ ਗਈ ਸੀਗੀ ਕਿ ਨੋ, ਇੱਕ ਫੋਰਨ ਓਰੀਜਨ ਦਾ ਬੰਦਾ ਇੰਡੀਆ ਦੇ ਵਿੱਚ PM ਬਣੇਗਾ, ਕਿਉਂਕਿ ਸਾਡੇ ਕੋਲ ਆਪਣਾ ਕੋਈ ਬੰਦਾ ਨਹੀਂ ਹੈਗਾ। ਦੈਨ ਡਾਕਟਰ ਮਨਮੋਹਨ ਸਿੰਘ ਆਏ, ਅਸੀਂ ਉਹ ਐਗਜ਼ਾਮਪਲ ਸੈੱਟ ਨਹੀਂ ਕੀਤੀ, ਹੁਣ ਉਹ ਵਿਦੇਸ਼ੀ ਧਰਤੀ ਦੇ ਉੱਤੇ ਐਗਜ਼ਾਮਪਲ ਸੈੱਟ ਹੋਈ ਹੈ। ਕੋਈ ਕੰਪੈਰੀਜ਼ਨ ਤੁਸੀਂ ਦੇਣਾ ਚਾਹੁੰਦੇ ਹੋ, ਕੋਈ 1 or 2 ਵਰਡਸ? ਵੈਲ ਆਈ ਵੁੱਡ ਲਾਈਕ ਟੂ ਸੇ ਕਿ ਤੁਸੀਂ ਜੋ ਕਹਿ ਰਹੇ ਨਾ, ਇੱਕ ਬੜਾ ਹੀ ਇਹਦੇ ਲਈ ਇੰਡੀਆ ਦੇ TV ਚੈਨਲਸ ਜਿਹੜੇ ਮਰਜ਼ੀ ਤੁਸੀਂ ਦੇਖ ਲਓ, ਇਹੀ ਡਿਬੇਟ ਚੱਲ ਰਿਹਾ ਹੈ। ਇੰਟੈਲੀਜੈਂਟੀਸੀਆ 'ਚ ਵੀ ਇਹੀ ਡਿਬੇਟ ਚੱਲ ਰਿਹਾ ਹੈ। ਹੁਣ ਇਹਨੂੰ ਲੈ ਕੇ ਵੀ ਦੋ ਸਕੂਲ ਆਫ ਥਾਟ ਹੈ। one says the way you are telling कि why Sonia Gandhi was not accepted, she was staying in India, ਇੰਡੀਆ ਦੇ ਉਹ ਨਾਗਰਿਕ ਸੀ, ਸਿਟੀਜ਼ਨ ਸੀ। ਦੂਸਰਾ ਸਕੂਲ ਆਫ ਥਾਟ ਕਹਿ ਰਿਹਾ ਹੈ ਕਿ ਜਿਹੜਾ ਰਿਸ਼ੀ ਸੁਨਕ ਹੈ, ਹੀ ਵਾਜ਼ ਬੋਰਨ ਦੇਅਰ ਵੇਅਰ ਐਜ਼ ਸੋਨੀਆ ਗਾਂਧੀ ਵਾਜ਼ ਨਾਟ ਬੋਰਨ ਹੇਅਰ ਇਨ ਇੰਡੀਆ। ਇਹ ਬਹੁਤ ਵੱਡਾ ਫਰਕ ਹੈ। ਦੂਜਾ ਫਰਕ ਇਹ ਹੈ
ਕਿ ਰਿਸ਼ੀ ਸੋਨਕ ਨੇ ਡਾਇਰੈਕਟ ਪ੍ਰਾਈਮ ਮਿਨਿਸਟਰ ਐਜ਼ ਅ ਪ੍ਰਾਈਮ ਮਿਨਿਸਟਰ ਕੈਂਡੀਡੇਟ ਇਲੈਕਸ਼ਨ ਨਹੀਂ ਲੜਿਆ, ਉਹਨਾਂ ਨੂੰ ਉਹਨਾਂ ਦੀ ਪਾਰਟੀ ਅੱਗੇ ਲੈ ਕੇ ਆਈ ਹੈ ਜੀ। ਠੀਕ ਹੈ, ਜੋ ਵੀ ਹੈ। ਪਰ ਲੇਕਿਨ ਕਹਿਣ ਵਾਲੇ ਇਹ ਵੀ ਕਹਿੰਦੇ ਹੈ ਕਿ ਇੰਡੀਆ ਨੇ, ਜੇ ਇੰਡੀਆ 'ਚ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੋ ਕਿ ਮਾਈਨੋਰਿਟੀ ਦੇ ਸੀ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਬਣਾਇਆ ਜਾ ਸਕਦਾ ਹੈ। ਜੇ ਗਿਆਨੀ ਜੈਲ ਸਿੰਘ ਨੂੰ ਅਸੀਂ ਪ੍ਰੈਜ਼ੀਡੈਂਟ ਬਣਾ ਸਕਦੇ ਹਾਂ, ਡਾਕਟਰ ਜ਼ਾਕਿਰ ਹੁਸੈਨ ਸੀਗੇ ਜਿਹੜੇ ਪ੍ਰੈਜ਼ੀਡੈਂਟ ਬਣੇ ਸੀਗੇ, ਦੈਨ ਆਵਰ ਮਿਜ਼ਾਈਲ ਮੈਨ ਅਬਦੁਲ ਕਲਾਮ ਜੇ ਬਣ ਸਕਦੇ ਹੈ, ਤੇ ਦੇਰ ਇਜ਼ ਨੋ ਕੁਐਸਚਨ। ਲੇਕਿਨ ਦਿਸ ਨੀਡਸ ਟੂ ਬੀ, ਇਹਨੂੰ ਫਰਦਰ ਮੈਨੂੰ ਲੱਗਦਾ ਇਹਨੂੰ ਹੋਰ ਗਹਿਰਾਈ 'ਚ ਲੈ ਕੇ ਜਾਣਾ ਚਾਹੀਦਾ ਹੈ, ਸੋ ਦੈਟ ਜੇਕਰ ਅਸੀਂ ਕੁਝ ਸਿੱਖ ਸਕਦੇ ਹਾਂ ਹੋਰ, ਤੇ ਸਾਨੂੰ ਸਿੱਖਣ 'ਚ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ, ਸਾਨੂੰ ਸਿੱਖਣਾ ਚਾਹੀਦਾ ਹੈ। ਬਿਲਕੁਲ ਠੀਕ ਹੈ, ਕਿਉਂਕਿ ਇਨਸਾਨ ਦੀਆਂ ਕੁਆਲਿਟੀਜ਼ ਨੇ, ਉਹਦੇ ਗੁਣ ਨੇ, ਜੋ ਉਹਦੀ ਪਹਿਚਾਨ ਨੇ। ਹੀ ਇਜ਼ ਫਰੋਮ ਮਾਈਨੋਰਿਟੀ, ਹੀ ਇਜ਼ ਫਰੋਮ ਦਿਸ ਰੇਸ, ਹੀ ਇਜ਼ ਫਰੋਮ ਦਿਸ ਰਿਲੀਜਨ, ਫਰੋਮ ਦਿਸ ਕਾਸਟ, ਡਸ ਨਾਟ ਮੈਟਰ। ਉਹ ਬੰਦੇ ਦੇ ਗੁਣ ਕੀ ਨੇ, ਚਾਹੇ ਉਹ ਲੇਡੀਜ਼ ਨੇ, ਚਾਹੇ ਉਹ ਜੈਂਟਸ ਨੇ, ਉਹਦੇ ਗੁਣਾਂ ਦਾ ਦੇਸ਼ ਨੂੰ, ਸੁਸਾਇਟੀ ਨੂੰ ਜੋ ਫਾਇਦਾ ਹੈ ਉਹ ਜ਼ਰੂਰ ਮਿਲਣਾ ਚਾਹੀਦਾ। ਸੋ ਕਿਸੇ ਵੀ ਅਹੁਦੇ 'ਤੇ ਉਹ ਜਾ ਸਕਦੇ ਨੇ। ਸੋ ਇੱਕ ਚੀਜ਼ ਇਹਦੇ 'ਚ ਆਉਂਦੀ ਹੈ ਕਿ ਡਿਫਰੈਂਟ ਟੀਵੀ ਚੈਨਲਸ, ਜਿਹੜੇ ਫੋਰਨ ਦੇ ਟੀਵੀ ਚੈਨਲਸ ਵੀ ਨੇ, ਉਹਦੇ ਇੱਕ ਰੇਸਿਜ਼ਮ ਵਾਲੀ ਇੱਕ ਚੱਲਦੀ ਪਈ ਹੈ, ਜਿਹਨੂੰ ਆਪਾਂ ਹੈਡਲਾਈਨਸ ਕਹਿ ਸਕਦੇ ਹਾਂ, ਫਰਸਟ ਕਲਰਡ ਪ੍ਰਾਈਮ ਮਿਨਿਸਟਰ ਆਫ ਗ੍ਰੇਟ ਬ੍ਰਿਟੇਨ। ਸੋ ਕਲਰਡ ਪ੍ਰਾਈਮ ਮਿਨਿਸਟਰ, ਮੀਡੀਆ ਦਾ ਇੰਨਾ ਛੋਟਾ ਜਿਹਾ, ਇੰਨਾ ਮਤਲਬ ਸੁੰਗੜਿਆ ਹੋਇਆ ਇੱਕ ਛੋਟਾ ਜਿਹਾ ਪੁਆਇੰਟ ਆਫ ਵਿਊ ਹੋਵੇ, ਬੜਾ ਮਜ਼ਾ ਨਹੀਂ ਆਉਂਦਾ। ਇਹ ਕੀ ਸੋਚ ਹੈ? ਇਹ ਮੀਡੀਆ ਦੀ ਸੋਚ ਹੈ, ਲੋਕਾਂ ਦੀ ਸੋਚ ਨਹੀਂ ਹੈ। ਯੈਸ, ਲੋਕ, ਜੇ ਤੁਸੀਂ ਆਮ ਬ੍ਰਿਟੇਨ ਵਾਸੀ ਨੂੰ ਜਾ ਕੇ ਮਿਲੋ, ਉਹ ਸਾਫ਼ ਕਹਿੰਦੇ ਹੈ ਕਿ ਇਟ ਹੈਜ਼ ਗੋਟ ਨਥਿੰਗ ਟੂ ਡੂ ਵਿਦ, ਉਹ ਤਾਂ ਇੱਥੇ ਤੱਕ ਵੀ ਕਹਿੰਦੇ ਕਿ ਇਟ ਹੈਜ਼ ਗੋਟ ਨਥਿੰਗ ਟੂ ਡੂ ਵਿਦ ਹੀ ਬੀਇੰਗ ਅ ਹਿੰਦੂ ਔਰ ਬੀਇੰਗ ਅ ਕ੍ਰਿਸਚਨ, ਹੀ ਇਜ਼ ਫਰੋਮ ਬ੍ਰਿਟੇਨ। ਜੀ ਜੀ, ਉਹ ਇੱਦਾਂ ਕਹਿੰਦੇ ਨੇ। ਇਹ ਜਦੋਂ ਨਾ ਮੀਡੀਆ ਨੇ ਵੀ ਦੇਖੋ ਆਪਣੀਆਂ ਰੋਟੀਆਂ ਸੇਕਣੀਆਂ, ਤੁਸੀਂ ਵੀ ਮੈਂ ਵੀ ਤੇ ਮੈਨੂੰ ਲੱਗਦਾ ਛੋਟੀਆਂ ਛੋਟੀਆਂ ਇਹ ਗੱਲਾਂ ਚੱਲਦੀਆਂ ਰਹਿਣੀਆਂ, ਇਸ ਤੋਂ ਬਗੈਰ ਪੋਲੀਟਿਕਸ 'ਚ ਮਸਾਲਾ ਵੀ ਨਹੀਂ ਲੱਗਣਾ, ਸਵਾਦ ਵੀ ਨਹੀਂ ਆਉਣਾ। ਕਿਉਂਕਿ ਕਈ ਸਵਾਦ ਲੈਣ ਵਾਲੇ ਲੋਕ ਵੀ ਬੈਠੇ ਹੋਏ ਨੇ, ਤੇ ਆਈ ਥਿੰਕ ਕਿ ਬਟ ਦੈਨ ਇਸ ਵਰਡ ਦਾ ਹਜੇ ਵੀ ਇਸਤੇਮਾਲ ਹੋ ਹੀ ਜਾ ਰਿਹਾ, ਜੋ ਕਿ ਸੋਚਣਾ ਚਾਹੀਦਾ ਹੈ ਕਿ ਨਹੀਂ ਕੀਤਾ ਜਾਣਾ ਚਾਹੀਦਾ। ਬਿਲਕੁਲ, ਇਹਨੂੰ ਮੀਡੀਆ ਦੀ ਲੈਂਗੁਏਜ ਕਿਹਾ ਜਾਂਦਾ ਹੈ, ਨੋਜ਼ ਆਫ ਨਿਊਜ਼। ਚਲੋ, ਅਸੀਂ ਤੁਹਾਡੇ ਮੀਡੀਆ ਚੈਨਲ ਦੇ ਥਰੂ ਸਾਰਿਆਂ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਜਿੰਨੇ ਵੀ ਮੀਡੀਆ ਹਾਊਸਿਸ ਹੈ, ਉਹ ਕਿਰਪਾ ਇਹਨਾਂ ਐਥਿਕਸ ਨੂੰ ਥੋੜਾ ਜਿਹਾ ਮਾਈਂਡ 'ਚ ਰੱਖਣ। ਦੇ ਸ਼ੁੱਡ ਬੀ ਮਾਈਂਡਫੁਲ, ਯੂ ਸ਼ੁੱਡ ਬੀ ਮਾਈਂਡਫੁਲ। ਸੋ ਇੱਕ ਚੀਜ਼ ਤੇ ਆਉਂਦੇ ਆ ਕਿ ਹੁਣ ਉਹ ਵੀ ਭਾਰਤੀ ਮੂਲ ਦੇ ਨੇ ਔਰ ਭਾਰਤ ਨਾਲ ਨਾਤਾ ਹੈ ਉਹਨਾਂ ਦਾ। ਤੁਹਾਨੂੰ ਕੀ ਲੱਗਦਾ ਕਿ ਇੰਡੀਆ ਦੀਆਂ ਜਿਹੜੀਆਂ ਫੋਰਨ ਪਾਲਿਸੀਜ਼ ਨੇ, ਜੋ ਇੰਗਲੈਂਡ ਦੇ ਨਾਲ ਰਿਲੇਸ਼ਨਸ ਨੇ, ਜਿਹਨੂੰ ਆਪਾਂ ਕੂਟਨੀਤੀ ਕਹਿੰਦੇ ਆ, ਅਕਸਰ ਆਪਾਂ ਜਿਹੜੇ ਇਹ ਸ਼ਬਦ ਇਸਤੇਮਾਲ ਕਰਦੇ ਆ, ਸੋ ਡਿਪਲੋਮੈਟਿਕ ਰਿਲੇਸ਼ਨਸ ਕਿਸ ਤਰ੍ਹਾਂ ਦੇ ਹੋਣਗੇ? ਉਹਦੇ 'ਚ ਕੁਝ ਚੇਂਜਸ ਆਉਣਗੀਆਂ? ਬ੍ਰਿਟੇਨ ਵੱਲੋਂ ਵੀ ਫੋਰਨ ਪਾਲਿਸੀਜ਼ ਦੇ ਵਿੱਚ ਕੁਝ ਹੋਰ ਚੀਜ਼ਾਂ ਆਉਣਗੀਆਂ? ਅਸੀਂ ਕੁਝ ਹੋਰ ਜ਼ਿਆਦਾ ਪਾਰਟਨਰਸ਼ਿਪਸ ਕਰਾਂਗੇ, ਹੋਰ ਜ਼ਿਆਦਾ ਅੱਗੇ ਵਧਾਂਗੇ ਰਿਲੇਸ਼ਨਸ ਨੂੰ ਲੈ ਕੇ? ਦੇਖੋ, ਰਿਸ਼ੀ ਸੁਨਕ ਤੋਂ ਪਹਿਲੇ ਹੀ ਇਹ ਫੋਰਨ ਆਫਿਸ 'ਚ ਔਰ ਫੋਰਨ ਪਾਲਿਸੀ ਅਗਰ ਅਸੀਂ ਦੇਖੀਏ ਪ੍ਰੈਜ਼ੈਂਟ ਗਵਰਨਮੈਂਟ ਦੀ, ਇਹ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਅਸੀਂ ਇੰਗਲੈਂਡ ਨਾਲ ਸਟਰੈਂਥਨ ਰਿਲੇਸ਼ਨ ਕਰਨੇ, ਸਪੈਸ਼ਲੀ ਇਨ ਟਰਮ ਆਫ ਟ੍ਰੇਡ। ਇਹ ਤਾਂ ਹੋਣਾ ਹੀ ਸੀਗਾ ਜੀ, ਠੀਕ ਹੈ। ਔਰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੇਬੀ ਸ਼ਾਇਦ ਹੋ ਸਕਦਾ ਹੈ ਕਿ ਥੋੜਾ ਜ਼ਿਆਦਾ ਜਲਦੀ ਹੋ ਜਾਏ, ਜ਼ਿਆਦਾ ਪੋਜ਼ਿਟਿਵਲੀ ਹੋ ਜਾਏ, ਹੈ ਨਾ। ਜੇ ਤੁਸੀਂ ਇਹ ਸੋਚਦੇ ਹੋ ਕਿ ਬਹੁਤ ਵੱਡੇ ਬਦਲਾਅ ਆਉਣਗੇ, ਇੱਦਾਂ ਕੁਛ ਨਹੀਂ ਹੈ। ਟੂ ਸਟਾਰਟ ਵਿਦ ਛੋਟੇ ਛੋਟੇ ਬਦਲਾਅ ਤੋਂ, ਕਿਉਂਕਿ ਜਿਹੜੀ ਸਾਡੀ ਇੱਕ ਪੈਂਡਿੰਗ ਪਈ ਹੋਈ ਹੈ ਟ੍ਰੇਡ ਡੀਲ, ਪਹਿਲੇ ਤਾਂ ਉਹਨੂੰ ਦੇਖਿਆ ਜਾਏਗਾ ਕਿੱਦਾਂ ਕਿ ਉਸ ਟ੍ਰੇਡ ਡੀਲ ਨੂੰ ਕਿੱਦਾਂ ਸਿਰੇ ਚੜਾਇਆ ਜਾਏ। ਫਿਰ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਦੇਖੋ, ਜਦੋਂ ਟ੍ਰੇਡ ਸਾਡਾ ਜ਼ਿਆਦਾ ਹੋ ਗਿਆ ਨਾ, ਇਕਨੋਮਿਕ ਰਿਲੇਸ਼ਨ ਜਦੋਂ ਸਟਰੈਂਥਨ ਹੋ ਗਏ, ਬਾਕੀ ਰਿਲੇਸ਼ਨ ਆਪ ਹੀ ਸਟਰੈਂਥਨ ਹੋ ਜਾਣੇ। ਔਰ ਸਾਡੇ ਹੈਗੇ ਹੈ ਤਾਈਓ ਤੇ ਰਿਸ਼ੀ ਸੁਨਾਕ ਉੱਥੇ ਪ੍ਰਾਈਮ ਮਿਨਿਸਟਰ ਬਣੇ ਹੈ ਹੀ ਹੈ। ਓਕੇ, ਕੁਝ ਲੋਕ ਇਹ ਕਹਿੰਦੇ ਨੇ ਕਿ ਇਹ ਤਾਂ ਸਭ ਗੱਲਾਂ ਨੇ, ਇੰਡੀਅਨ ਓਰੀਜਨ ਹੈ, ਪੰਜਾਬੀ ਓਰੀਜਨ ਹੈ, ਹੀ ਇਜ਼ ਅ ਬ੍ਰਿਟਿਸ਼ਰ, ਗੋਰਾ ਹੈ ਉਹ, ਯੈਸ, ਉਹ ਇੰਡੀਅਨ ਨਹੀਂ ਹੈ, ਯੈਸ, ਉਹ ਪੰਜਾਬੀ ਨਹੀਂ ਹੈ, ਯੈਸ। ਡੂ ਯੂ ਐਗਰੀ? I agree. I totally agree, because he is a very professional person. He's a very professional, and don't forget he's a politician. He's a politician. ਅਸੀਂ emotional ਹੋ ਸਕਦੇ ਹਾਂ, and politics and emotions, they cannot go side by side. Yeah. So being a politician, being a professional, I think ਤੁਸੀਂ ਠੀਕ ਕਹਿ ਰਹੇ ਹੋ ਕਿ he is more a Briton, ਬਿਲਕੁਲ ਠੀਕ ਹੈ, ਕਿਉਂਕਿ ਜੋ ਵੀ ਚੀਜ਼ ਹੋਏਗੀ ਉੱਥੋਂ ਦੀ ਪਾਰਲੀਮੈਂਟ ਦੇ ਵਿੱਚ ਡਿਸਕਸ ਹੋਏਗੀ,
ਪੋਲੀਟੀਕਲ ਪਾਲਿਸੀਜ਼ ਕੀ ਹੋਣੀਆਂ ਚਾਹੀਦੀਆਂ ਨੇ, ਇਕਨੋਮਿਕ ਪਾਲਿਸੀਜ਼ ਕੀ ਹੋਣੀਆਂ ਚਾਹੀਦੀਆਂ ਨੇ, ਫੋਰਨ ਪਾਲਿਸੀਜ਼ ਕੀ ਹੋਣੀਆਂ ਚਾਹੀਦੀਆਂ ਨੇ, ਉਹ ਪਾਰਲੀਮੈਂਟ ਪੂਰੀ ਡਿਸਕਸ਼ਨ ਕਰੇਗੀ। ਉਸ ਤੋਂ ਬਾਅਦ ਹੀ ਉਹ ਟਾਈਸ ਬਲਕਿ ਮੈਨੂੰ ਇਹ ਲੱਗਦਾ ਹੈ ਕਿ ਇੰਡੀਅਨ ਮੀਡੀਆ ਸੋਨਕ ਰਿਸ਼ੀ ਸੋਨਕ ਨੂੰ ਹੀ ਨਾ ਡਰਾ ਦੇ ਕਿ ਪ੍ਰੈਸ਼ਰ ਹੀ ਨਾ ਪਾ ਦੇ ਕਿ ਉਹ ਬਾਏ ਸਮਹਾਓ ਮੈਨੂੰ ਹੁਣ ਇੰਡੀਆ ਨਾਲ ਕਰਨਾ ਹੀ ਪੈਣਾ ਹੈ ਅੱਛਾ ਰਿਲੇਸ਼ਨ। ਮੈਨੂੰ ਤਾਂ ਇਹ ਵੀ ਫਿਕਰ ਹੈ। ਖੈਰ ਔਨ ਅ ਲਾਈਟਰ ਸਾਈਡ ਆਈ ਐਮ ਸੇਇੰਗ ਦਿਸ ਅੰਡਰ ਪ੍ਰੈਸ਼ਰ ਹੋ ਸਕਦੇ ਨੇ। ਚਲੋ ਇੱਕ ਵਧੀਆ ਨੋਟ ਤੇ ਅਸੀਂ ਆਪਣੇ ਸਮ ਅਪ ਕਰਦੇ ਹਾਂ ਇਸ ਇੰਟਰਵਿਊ ਨੂੰ। ਸੋ ਤੁਸੀਂ ਵੀ ਆਪਣੇ ਜੋ ਆਈਡੀਆਜ਼ ਨੇ, ਜੋ ਵੀ ਤੁਹਾਡੇ ਆਪਣੇ ਵਿਚਾਰ ਨੇ, ਸਾਨੂੰ ਜ਼ਰੂਰ ਇਨਬਾਕਸ ਕਰਨਾ ਹੈ ਔਰ ਸਾਡੇ ਚੈਨਲ ਪੰਜਾਬ ਮੇਲ USA TV ਨੂੰ ਸਬਸਕ੍ਰਾਈਬ ਕਰਨਾ ਹੈ। ਸੋ ਮੈਮ ਥੈਂਕ ਯੂ ਸੋ ਮਚ ਔਰ ਤੁਸੀਂ ਇੱਕ ਵੰਡਰਫੁਲ ਟਾਕ ਦਿੱਤੀ, ਮਜ਼ਾ ਆਇਆ, ਬਹੁਤ ਅੱਛਾ ਲੱਗਾ। ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਸਾਨੂੰ ਹੁਣ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।